ਅੱਜ ਅਸੀਂ ਤੁਹਾਨੂੰ ਲੈ ਕੇ ਪਹੁੰਚਿਆ ਉਸ ਕੋਠੀ ਤੇ ਜਿਸ ਨੂੰ ਭੂਤਾਂ ਵਾਲੀ ਕੋਠੀ ਕਿਹਾ ਜਾਂਦਾ ਹੈ। ਆਓ ਤੁਹਾਨੂੰ ਦਿਖਾਉਂਦੇ ਹਾਂ ਇਸ ਕੋਠੀ ਦੇ ਕੀ ਨੇ ਹਾਲਾਤ। ਘਾਹ ਉੱਗਿਆ ਹੋਇਆ ਹੈ, ਲੰਘਣ ਨੂੰ ਥਾਂ ਨਹੀਂ ਹੈ। ਇਹ ਕੋਠੀ ਬਿਲਕੁਲ ਖੰਡਰ ਬਣ ਚੁੱਕੀ ਹੈ। ਕਿਹਾ ਜਾਂਦਾ ਹੈ ਕਿ ਪਿਛਲੇ 30 ਸਾਲਾਂ ਤੋਂ ਕੋਈ ਇੱਥੇ ਰਹਿਣ ਤੋਂ ਵੀ ਡਰ ਰਿਹਾ ਹੈ, ਪਰ ਸੱਚਾਈ ਕੀ ਹੈ ਇਸ ਕੋਠੀ ਪਿੱਛੇ ਕਿ ਭੂਤ ਪ੍ਰੇਤ ਸੱਚੀ ਇੱਥੇ ਵਸਦੇ ਨੇ। ਪਿੰਡ ਵਾਲਿਆਂ ਦਾ ਕੀ ਕਹਿਣਾ ਹੈ ਕਿ ਸੱਚਾਈ ਹੈ ਇਸ ਕੋਠੀ ਪਿੱਛੇ, ਅੰਧ ਵਿਸ਼ਵਾਸ ਹੈ ਜਾਂ ਸੱਚੀ ਦੇ ਵਿੱਚ ਕੋਈ ਆਤਮਾ ਇੱਥੇ ਰਹਿੰਦੀ ਹੈ। हालात दिखा रहे हैं कि किस तरह खिड़कियां ते शीशे नहीं लगे, कोठी दा कोई दरवाजा तक नहीं है। तो की हाल बनया पे इस कोठी दा तुहानू दिखाउंदे आ कि सच्चाई है इस कोठी पिछे। भूतां वाली कोठी आखिर इस नूं क्यों कहा जांदा है वो भी तुहानू सुणाउंदे आ। ਉਹਨਾਂ ਦੀ ਮਿਸਰੀ ਦੀ ਇੱਥੇ ਡੈਥ ਹੋ ਗਈ ਸੀਗੀ। ਡੈਥ ਹੋ ਗਈ ਸੀ, ਉਹਨਾਂ ਨੇ ਇੱਥੇ ਸੰਸਕਾਰ ਕੀਤਾ ਕੋਠੀ ਦੇ ਵਿੱਚ ਹੀ। ਥੋੜਾ ਜਿਹਾ ਕੁਝ ਸਮੇਂ ਬਾਅਦ ਹੀ ਜਿਹੜਾ ਉਹਨਾਂ ਦਾ ਬੇਟਾ ਗਾ, ਬੇਟੇ ਦੀ ਇੱਥੇ ਡੈਥ ਹੋਈ ਸੀਗੀ। ਨਾਲ ਲੱਗ ਮੈਂ ਤੁਹਾਨੂੰ ਦਿਖਾ ਦਿੰਦੇ ਜੀ। ਬਸ ਉਹਨਾਂ ਨੇ ਜਿਹੜੀਆਂ ਰਸਮਾਂ ਹੈ ਨਹੀਂ ਸੀ ਉਹ ਪੂਰੀਆਂ ਰਸਮਾਂ ਨਹੀਂ ਕੀਤੀਆਂ। ਇੱਥੇ ਬੇਟੇ ਦੀ ਜਗ੍ਹਾ ਜੀ, ਆਹ ਬੈਕ ਸਾਈਡ ਹੈਗੀ ਬੇਰੀ ਖੜੀ ਹੋਈ ਹੈ, ਉੱਥੇ ਮਦਰ ਦੀ ਹੈ ਜੀ। ਹਾਂਜੀ, ਇੱਥੇ ਸੰਸਕਾਰ ਕੀਤਾ ਗਿਆ, ਸੰਸਕਾਰ ਕੀਤਾ ਹੋਇਆ ਇਹਨਾਂ ਦਾ ਜੀ। ਅਕਸਰ ਅਸੀਂ ਭਾਰਤੀ ਲੋਕ ਬਹੁਤ ਅੰਧ ਵਿਸ਼ਵਾਸਾਂ 'ਚ ਵੀ ਪਏ ਰਹਿੰਦੇ ਹਾਂ। ਕਿਹਾ ਵੀ ਜਾਂਦਾ ਹੈ ਕਿ ਜੇਕਰ ਸੰਸਕਾਰ ਤੋਂ ਬਾਅਦ ਰਸਮਾਂ ਨਾ ਨਿਭਾਈਆਂ ਜਾਣ ਤਾਂ ਫਿਰ ਆਤਮਾ ਭਟਕਦੀ ਰਹਿੰਦੀ ਹੈ। ਕਈ ਵਾਰ ਸੁਣਿਆ ਪੜਿਆ ਅੰਧ ਵਿਸ਼ਵਾਸ ਕਹਿ ਲਓ, ਕਿਸ ਤਰ੍ਹਾਂ ਆ ਫੈਲੀ ਹੋਈ ਹੈ ਚੀਜ਼। ਤਾਂ ਮੈਂ ਵੀ ਉਸੇ ਕਰਕੇ ਅਸੀਂ ਤਾਂ ਨਹੀਂ ਇਹ ਚੀਜ਼ ਨੂੰ ਮੰਨਦੇ ਵੀ ਆਤਮਾ ਭਟਕਦੀ ਹੈ। ਜੇ ਇਨਸਾਨ ਹੀ ਤੁਰ ਗਿਆ ਜੀ, ਆਤਮਾ ਕਿੱਥੇ ਰਹੂਗੀ? ਅਸੀਂ ਤਾਂ ਕਹਿੰਦੇ ਇੱਥੇ ਕੋਈ ਦੇਖਿਆ ਨਹੀਂ ਕਦੇ ਭੂਤ। ਇੱਥੇ ਨਸ਼ੇੜੀ ਆਉਂਦੇ, ਕੋਈ ਭੂਤ ਮਰਿਆ ਤਾਂ ਬੰਦਾ ਤਾਂ ਮਰਿਆ ਦੇਖਿਆ ਨਹੀਂ। ਆ ਹੁਣ ਤੁਹਾਡੇ ਸਾਹਮਣੇ ਇੱਥੇ ਪਸ਼ੂ ਤੁਰੇ ਫਿਰਦੇ ਆ, ਹੋਰ ਹੈ ਨਹੀਂ। ਹੁਣ ਜੇ ਭੂਤ ਹੁੰਦਾ ਕੋਈ ਨਾ ਕੋਈ ਪਸ਼ੂ ਜਾਨਵਰ ਮਰਿਆ ਹੁੰਦਾ। ਅਸੀਂ ਕਹਿੰਦੇ ਜਿਹੜਾ ਇਨਸਾਨ ਕਹਿੰਦਾ ਵੀ ਭੂਤ ਹੈ, ਮੈਂ ਕਹਿੰਦਾ ਮੇਰੇ ਕੋਲੇ ਆ ਕੇ ਮੈਨੂੰ ਦੱਸੇ, ਮੈਂ 50,000 ਰੁਪਇਆ ਦਊਂਗਾ ਵੀ ਆ ਭੂਤ ਹੈ। ਨਾਲੇ ਕਹਿੰਦੇ ਕਿ ਅਕਸਰ ਜਾਨਵਰਾਂ ਨੂੰ ਇਹੋ ਜਿਹੀ ਕੋਈ ਚੀਜ਼ ਹੋਏ ਤਾਂ ਉਹਨਾਂ ਨੂੰ ਪਹਿਲੇ ਪਤਾ ਲੱਗ ਜਾਂਦਾ। ਨਹੀਂ, ਕੋਈ ਵਾਸਤਾ ਹੀ ਨਹੀਂ ਹੈ, ਕੁਝ ਹੈ ਹੀ ਨਹੀਂ, ਕੁਛ ਵੀ ਨਹੀਂ ਹੈ। ਇਹ ਚੀਜ਼ ਨੂੰ ਅਸੀਂ ਮੰਨਦੇ ਨਹੀਂ। ਅਕਸਰ ਲੋਕ ਇੱਥੇ ਆਉਂਦੇ ਨੇ, ਕਹਿੰਦੇ ਵੀ ਇੱਥੇ ਨਸ਼ਾ ਵਗੈਰਾ ਕਰਦੇ ਆ, ਇੱਥੇ ਕਹਿੰਦੇ ਭੂਤਾਂ ਵਾਲੀ ਕੋਠੀ ਹੈ ਜਾਂ ਹੋਰ ਹੈ। ਅਸੀਂ ਤਾਂ ਵੀ ਇੱਥੇ ਕੋਈ ਭੂਤ ਨਹੀਂ ਦੇਖੇ, ਕੋਈ ਅਸੀਂ ਨਸ਼ੇੜੀ ਜ਼ਰੂਰ ਇੱਥੇ ਕੁੱਟਦੇ ਹਾਂ। ਕਿੰਨੇ ਸਾਲ ਹੋ ਗਏ ਕਿਸੇ ਹਾਲਾਤ ਵਿੱਚ? ਉਹਨਾਂ ਤਾਂ ਜੀ ਦੇਖੋ ਆਪਣੀ 92 ਛੱਡ ਕੇ ਗਏ ਆ ਉਹ ਵੇਚ ਕੇ। ਉਦੋਂ ਗਾਂ ਤਾਂ ਦੂਜੇ ਨਹੀਂ ਆਈ ਗਈ ਹੈ, ਗਾਂ ਦੀ ਗਾਂ ਵਿਕੀ ਜਾਂਦੀ ਹੈ, ਲਈ ਜਾਂਦੇ ਆ ਗਾਂ। ਬਸ ਇਹ ਤਾਂ ਰਿਆਜ਼ ਨਹੀਂ ਕੋਈ ਕਰਦਾ ਬਸ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਜਸਨੂਰ ਤਵਨ। ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖਬਰਾਂ ਤੁਹਾਡੇ ਤੱਕ ਪਹੁੰਚਦੀਆਂ ਨੇ, ਪਰ ਜਦੋਂ ਉਹਨਾਂ ਦੀ ਅਸਲ ਸੱਚਾਈ ਪਤਾ ਲੱਗੇ ਤਾਂ ਅਕਸਰ 100 ਚੋਂ 50% ਜੋ ਗੱਲਾਂ ਨੇ ਉਹ ਝੂਠ ਨਿਕਲਦੀਆਂ ਨੇ। ਤਾਂ ਅੱਜ ਅਸੀਂ ਤੁਹਾਨੂੰ ਲੈ ਕੇ ਪਹੁੰਚੇ ਹਾਂ ਭੂਤਾਂ ਵਾਲੀ ਕੋਠੀ ਤੇ। ਤਲਵੰਡੀ ਸਾਬੋ ਦੀ ਕੋਠੀ ਹੈ। ਕਿਹਾ ਜਾਂਦਾ ਕਿ ਸਭ ਤੋਂ ਪਹਿਲੀ ਕੋਠੀ ਤਲਵੰਡੀ ਸਾਬੋ ਜੋ ਬਣੀ ਸੀ ਉਹ ਇਹੀ ਕੋਠੀ ਸੀ। ਬੜੀ ਰੀਝਾਂ ਨਾਲ ਇਸ ਨੂੰ ਬਣਾਇਆ ਗਿਆ ਸੀ, ਪਰ ਆਖਰਕਾਰ ਕੀ ਅਣਹੋਣੀ ਵਾਪਰਦੀ ਹੈ, ਕੀ ਵਾਪਰਦਾ ਹੈ, ਜਿਸ ਤੋਂ ਬਾਅਦ ਇਸ ਕੋਠੀ ਦਾ ਨਾਮ ਭੂਤਾਂ ਵਾਲੀ ਕੋਠੀ ਪੈ ਜਾਂਦਾ ਹੈ। ਪਿਛਲੇ 10-20 ਸਾਲਾਂ ਤੋਂ ਇਹ ਕੋਠੀ ਇਸੇ ਤਰ੍ਹਾਂ ਪਈ ਹੈ। ਦਰਵਾਜ਼ੇ ਵੀ ਨਹੀਂ ਨੇ, ਬਾਰੀਆਂ ਵੀ ਨਹੀਂ ਨੇ। ਪੂਰੀ ਹਾਲਾਤ ਕੀ ਨੇ ਇਸ ਕੋਠੀ ਦੇ ਤੁਹਾਨੂੰ ਦਿਖਾਵਾਂਗੇ। ਕਈ ਸ਼ਰਾਰਤੀ ਅਨਸਰਾਂ ਵੱਲੋਂ ਇਸ ਨੂੰ ਭੂਤਾਂ ਵਾਲੀ ਕੋਠੀ ਦਾ ਨਾਮ ਦਿੱਤਾ ਗਿਆ। ਕੁਝ ਅਜਿਹੇ ਕਾਰਨਾਮੇ ਕੀਤੇ ਗਏ ਕਿ ਲੋਕਾਂ ਦੇ ਮਨਾਂ ਵਿੱਚ ਡਰ ਬੈਠ ਗਿਆ ਕਿ ਇਹ ਕੋਠੀ ਵਿੱਚ ਸੱਚਿਓ ਭੂਤ ਰਹਿੰਦੇ ਨੇ, ਕੋਈ ਆਤਮਾ ਰਹਿੰਦੀ ਹੈ, ਜਿਸ ਕਰਕੇ ਲੋਕੀ ਡਰ ਜਾਂਦੇ ਨੇ। ਤਾਂ ਕਿਹਾ ਜਾਂਦਾ ਕਿ ਇੱਥੇ ਪੁਲਿਸ ਵਾਲੇ ਵੀ ਆਏ, 2 ਪਰਿਵਾਰ ਵੀ ਰਹੇ, ਉਹ ਵੀ ਨਹੀਂ ਰਹਿ ਪਾਏ ਇੱਥੇ। ਤਾਂ ਉਸ ਤੋਂ ਬਾਅਦ ਘਰ ਵੇਚ ਕੇ ਉਹ ਚਲੇ ਜਾਂਦੇ ਨੇ। ਪਰ ਸੱਚਾਈ ਕਿ ਇਸ ਕੋਠੀ ਪਿੱਛੇ ਕਿਉਂ ਇਸ ਕੋਠੀ ਨੂੰ ਭੂਤਾਂ ਵਾਲੀ ਕੋਠੀ ਕਿਹਾ ਜਾਂਦਾ ਹੈ? ਪਿੰਡ ਵਾਸੀਆਂ ਦਾ ਕੀ ਕਹਿਣਾ, ਜੋ ਇੱਥੇ ਹਰ ਵਕਤ 24 ਘੰਟੇ ਨਾਲ ਰਹਿੰਦੇ ਨੇ, ਉਹਨਾਂ ਦਾ ਕੀ ਕਹਿਣਾ? ਅਸਲ ਸੱਚਾਈ ਕਿ ਇਸ ਕੋਠੀ ਪਿੱਛੇ ਜੋ ਖਬਰਾਂ ਤੁਹਾਡੇ ਤੱਕ ਪਹੁੰਚ ਰਹੀਆਂ ਨੇ ਕਿ ਇਸ ਕੋਠੀ ਨੂੰ ਭੂਤਾਂ ਵਾਲੀ ਕੋਠੀ ਕਿਹਾ ਜਾਂਦਾ ਹੈ, ਅੰਧ ਵਿਸ਼ਵਾਸ ਫੈਲਾਇਆ ਜਾ ਰਿਹਾ, ਤਾਂ ਉਸ ਪਿੱਛੇ ਸੱਚਾਈ ਕੀ ਹੈ ਤੁਹਾਨੂੰ ਸੁਣਾ ਦਿੰਦੇ ਹਾਂ। ਤੁਸੀਂ ਦੱਸੋ ਇਹ ਕੋਠੀ ਬਾਰੇ ਕੀ ਸੱਚਾਈ ਹੈ? ਆਵਾਜਾਈ ਜੋ ਲੋਕ ਕਰਦੇ ਨੇ, ਇੱਥੋਂ ਨਿਕਲਦੇ ਨੇ, ਕੋਈ ਪ੍ਰੋਬਲਮ ਆਈ ਕਦੀ? ਕਿਉਂਕਿ ਭੂਤਾਂ ਵਾਲੀ ਕੋਠੀ ਨੂੰ ਕਿਹਾ ਜਾਂਦਾ, ਅਸੀਂ ਵੀ ਉਹੀ ਸੁਣ ਕੇ ਇੱਥੇ ਪਹੁੰਚੇ ਹਾਂ। ਸੱਚਾਈ ਕੀ ਹੈ? ਸਭ ਤੋਂ ਪਹਿਲਾਂ ਤਾਂ ਮੈਡਮ ਜੀ ਇਹ ਗੱਲ ਹੈ, ਕੋਠੀ ਪੁਰਾਣੀ ਹੈ। ਇਹਦੇ 'ਚ ਜਿਹੜੇ ਅਸਲ ਮਾਲਕ ਸੀਗੇ ਨਾ, ਉਹ ਕੋਠੀ ਦੇ ਇਹਦੇ ਵਿੱਚ ਉਹ ਬੰਦੇ ਆਪ ਪਰਿਵਾਰ ਨੇ ਬਹੁਤ ਸ਼ੌਂਕ ਨਾਲ ਬਣਾਈ ਸੀ ਇਹ।
ਪਰ ਉਹਨਾਂ ਦੇ ਕੋਈ ਘਟਨਾ ਹੋਣ ਕਾਰਨ ਕਿ ਇੱਥੇ ਇੱਕ ਦੋ ਉਹਨਾਂ ਦੇ ਪਰਿਵਾਰ ਦੀਆਂ ਮੌਤਾਂ ਹੋ ਗਈਆਂ। ਉਦੋਂ ਬਾਅਦ ਉਹ ਵਿਚਾਰੇ ਇੱਥੋਂ ਚਲੇ ਗਏ। ਉਦੋਂ ਬਾਅਦ ਕਾਫੀ ਬੰਦਿਆਂ ਨੇ, ਜਿਵੇਂ ਬਾਬਾ ਜੋਗਾ ਸਿੰਘ ਨੇ ਵੀ ਲਈ ਸੀ ਇਹਨੂੰ ਕੋਠੀ ਨੂੰ, ਤੇ ਉਦੋਂ ਬਾਅਦ ਉਹ ਵੀ ਉਹਨਾਂ ਨੇ ਵੀ ਮਤਲਬ ਕਿ ਇਹਦੇ ਵਿੱਚ ਰਿਹਾਇਸ਼ ਕਰੀ, ਵਧੀਆ ਉਹ ਕਰਿਆ ਸੀ, ਉਹ ਵੀ ਇਹਨੂੰ ਛੱਡ ਕੇ ਫਿਰ ਚਲੇ ਗਏ। ਤੇ ਉਦੋਂ ਬਾਅਦ ਇੱਕ ਵਾਰੀ ਜਦੋਂ ਇੱਥੇ ਪੁਲਿਸ ਥਾਣਾ ਨਵਾਂ ਉਹ ਬਣ ਰਿਹਾ ਸੀਗਾ, ਤੇ ਉਹ ਉਦੋਂ ਵੀ ਇਹਨਾਂ ਨੇ ਆਰਜੀ ਇੱਥੇ ਮਤਲਬ ਕਿ ਥਾਣੇ ਨੂੰ ਇੱਥੇ ਉਹ ਕਰਿਆ ਸੀਗਾ, ਹਾਂ ਬਣਾਇਆ ਸੀਗਾ। ਤੇ ਉਹ ਵੀ ਦੱਸਦੇ ਆ, ਕਹਿੰਦੇ ਵੀ ਉਹ ਵੀ ਮਤਲਬ ਕਿ ਉਹਨਾਂ ਨੂੰ ਵੀ ਇੱਥੇ ਪਰੇਸ਼ਾਨੀ ਆਈ ਹੈ, ਕੋਈ ਮਤਲਬ ਕਿ ਐ ਨਹੀਂ ਵੀ ਆਰਾਮਦਾਰੀ ਨਾਲ ਉਹ ਹੋ ਰਿਹਾ। ਹੋਰ ਵੀ ਕਾਫੀ ਬੰਦਿਆਂ ਨੇ ਇੱਥੇ ਆ ਕੇ ਉਹ ਕਰਿਆ, ਪਰ ਅੱਜ ਇਹ ਹੁਣ ਐ ਮੰਨ ਲਓ ਤੁਸੀਂ ਨਸ਼ੇੜੀਆਂ ਦਾ ਅੱਡਾ ਬਣ ਗਿਆ ਜੀ। ਹੁਣ ਇੱਥੇ ਨਸ਼ੇੜੀ ਆਉਂਦੇ ਨੇ, ਬਸ ਉਹ ਆਪਦਾ ਨਸ਼ਾ ਕਰਕੇ ਵਗ ਜਾਂਦੇ ਨੇ। ਮਤਲਬ ਕੋਈ ਗੱਲ ਸੀਗੀ ਤੁਹਾਨੂੰ ਲੱਗਦਾ ਹੈ? ਉਹ ਗੱਲ ਤਾਂ ਮੈਂ ਮੰਨ ਲਓ ਜੀ, ਜਿਵੇਂ ਬਾਬਾ ਜੀ ਨੇ ਰਹੀ ਸੀ, ਉਹਨਾਂ ਨੇ ਤਾਂ ਆਪਦਾ ਉਹ ਵੀ ਕਰਿਆ ਸੀਗਾ, ਮਹਾਰਾਜ ਪ੍ਰਕਾਸ਼ ਵੀ ਕਰਿਆ ਸੀਗਾ, ਤੇ ਆਪਦੇ ਆਪ ਉਹ ਵੀ ਕਰਦੇ ਸੀਗੇ। ਪਰ ਸਾਨੂੰ ਇਹ ਲੱਗਦਾ ਜਦੋਂ ਬਾਬਾ ਜੀ ਛੱਡ ਗਏ ਤਾਂ ਕੁਛ ਨਾ ਕੁਛ ਹੋ ਹੀ ਸਕਦਾ ਇੱਥੇ ਜੀ। ਵੀ ਜਦੋਂ ਬਾਬਾ ਜੀ ਛੱਡ ਗਏ ਉਹਦਾ ਕਰਕੇ ਸਾਨੂੰ ਐਂ ਲੱਗਦਾ ਵੀ ਕੁਛ ਨਾ ਕੁਛ ਹੋਊਗਾ। ਤੇ ਨਹੀਂ ਆਮ ਹੋਰ ਤਾਂ ਬੰਦੇ ਅਸੀਂ ਮਤਲਬ ਕਿ ਇਹਨੂੰ ਹੁਣ ਉਹ ਪਹਿਲਾ ਅੱਡਾ ਵਿਕ ਗਿਆ, ਇਹ ਅੱਡ ਵਿਕ ਗਿਆ ਜੀ, ਇਹਦੀ ਹੁਣ ਕੀਮਤ ਵੀ ਨਹੀਂ ਕੋਈ ਲਾਉਂਦਾ ਜੀ, ਨਾ ਹੀ ਕੋਈ ਰਹਿਸ਼ ਕਰਦਾ। ਹੁਣ ਵੀ ਇਹ ਪਿੱਛੇ ਜੇ ਬਾਬਾ ਜੀ ਨੇ ਸਿੱਖਪੁਰੇ ਵਾਲਿਆਂ ਨੇ ਵੀ ਲਈ ਸੀ ਇਹ ਜੀ, ਵੀ ਆਪਾਂ ਉਹ ਕਰ ਲਾਂਗੇ, ਪਰ ਉਹ ਵੀ ਇਹਨੂੰ ਉਹ ਕਰ ਗਏ। ਹੁਣ ਉਹ ਗੁਰਜੀਤ ਕੋਲੇ ਹੈ ਜੀ, ਇਹ ਸਿੱਖਪੁਰੇ ਦੇ ਕੋਲੇ ਮੁੰਡੇ ਕੋਲੇ, ਤੇ ਪਰ ਨਹੀਂ ਹੈ ਨਹੀਂ। ਅਸਲ ਸੱਚਾਈ ਕੀ ਇਹਦੇ ਪਿੱਛੇ ਕਿਉਂ ਜਿਹੀ ਕੀ ਹੋਇਆ, ਕੀ ਸੀਗਾ? ਕਿਸੇ ਨੇ ਕਦੀ ਕੁਝ ਦੱਸਿਆ ਜੋ ਇੱਥੇ ਰਹਿ ਕੇ ਗਿਆ, ਕੀ ਪਰੇਸ਼ਾਨੀ ਇਹ ਨਾ ਜੀ ਹੁਣ ਮੈਨੂੰ ਤਾਂ ਪੱਕਾ ਤਾਂ ਨਹੀਂ ਕੁਝ ਹੋ ਸਕਦਾ। ਉਹ ਹੈ ਇਹ ਮਤਲਬ ਕਿ ਇੱਕ ਢਿੱਲੋਂ ਪਰਿਵਾਰ ਦੇ ਇੱਥੇ ਮੈਂਬਰ ਰਹਿੰਦੇ ਸੀਗੇ ਜੀ। ਉਹਨਾਂ ਦੇ ਕੋਈ ਲੇਡੀਜ਼ ਨੇ ਕਹਿੰਦੇ ਸੀਗੇ ਮਤਲਬ ਕਿ ਸੁਸਾਈਡ ਕਰ ਲਿਆ ਸੀ, ਇੱਥੇ ਫਾਹਾ ਲੈ ਲਿਆ ਸੀਗਾ। ਫਾਹਾ ਲੈਣ ਤੋਂ ਬਾਅਦ ਵੀ ਇਹ ਕੋਠੀ ਦੇ ਵਿੱਚ ਮੁੜ ਕੇ ਕੋਈ ਮਤਲਬ ਕਿ ਨਹੀਂ ਹੈ, ਇੱਥੇ ਕੋਈ ਚੰਗੀ ਰਿਹਾਇਸ਼ ਨਹੀਂ ਹੋਈ ਜੀ, ਪ੍ਰੋਪਰ ਕੋਈ ਵੀ ਵਧੀਆ ਇੱਥੇ ਕਈ ਵਾਰ ਇਦਾਂ ਹੁੰਦਾ ਕਿ ਕਈ ਕੁਝ ਹੋਇਆ ਹੁੰਦਾ ਤਾਂ ਡਰ ਬੈਠ ਜਾਂਦੇ। ਕਿਸੇ ਪਰਿਵਾਰ ਜੋ ਇੱਥੇ ਕੋਈ ਰਿਹਾ ਉਹਨਾਂ ਤੋਂ ਬਾਅਦ ਕਿਸੇ ਨਾਲ ਕੁਝ ਹੋਇਆ? ਨਹੀਂ ਇਹੋ ਜੀ ਤਾਂ ਕੋਈ ਘਟਨਾ ਨਹੀਂ ਹੋਈ ਵੀ ਕੋਈ। ਪਹਿਲੀ ਗੱਲ ਤਾਂ ਇਹਦੇ 'ਚ ਕੋਈ ਰਿਹਾ ਹੀ ਨਹੀਂ ਇੰਨਾ ਜੀ, ਬਾਬਾ ਜੀ ਰਹੇ ਹੈ, ਬਾਬਾ ਜੋਰਾ ਸਿੰਘ ਜੀ, ਤੇ ਹੋਰ ਤਾਂ ਕੋਈ ਇਹਦੇ 'ਚ ਕੋਈ ਰਿਹਾ ਨਹੀਂਗਾ। ਕਹਿੰਦੇ ਨੇ ਕਿ ਅਕਸਰ ਦਿਨੇ ਤਾਂ ਕੋਈ ਸਮੱਸਿਆ ਨਹੀਂ ਆਉਂਦੀ, ਰਾਤ ਨੂੰ ਆਉਂਦੀ ਹੈ। ਨਹੀਂ ਰਾਤ ਨੂੰ ਤਾਂ ਨਹੀਂ ਅਸੀਂ ਕੋਈ ਹੋ ਸਕਦਾ, ਰਾਤ ਨੂੰ ਤਾਂ ਆਣਾ ਜੀ ਕੁਛ ਤਾਂ ਇੱਥੇ ਨਸ਼ੇੜੀ ਨਛੂੜੀ ਹੁੰਦੇ ਨੇਗੇ, ਨਸ਼ੇੜੀ ਤਾਂ ਇੱਥੇ ਆ ਕੇ ਬਹਿੰਦੇ ਨੇਗੇ, ਉਹਨਾਂ ਕਰਕੇ ਵੀ ਹੈ। ਤੇ ਊਂ ਤਾਂ ਨਹੀਂ ਇਹੋ ਜਿਹੀ ਤਾਂ ਨਹੀਂ ਕੋਈ ਅਸੀਂ ਸੁਣੀ ਵੀ ਇੱਥੇ ਕੋਈ ਰਾਤ ਨੂੰ ਕੋਈ ਇਸ ਤਰ੍ਹਾਂ ਹੋਵੇ। ਕੋਈ ਨਸ਼ੇੜੀ ਆਉਂਦੇ ਨੇ, ਅਗਲੇ ਨਾਲ ਹੁੰਦਾ ਵੀ ਪਤਾ ਨਹੀਂ ਇੱਥੇ ਕੀ ਨਿਕਲਿਆ ਹੈ ਨਾ, ਹੁੰਦੇ ਤਾਂ ਉਹ ਨਸ਼ੇੜੀ ਹੈ ਜੀ। ਹਾਂ, ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਆਈ? ਤੁਸੀਂ ਇਸੇ ਪਿੰਡ ਦੇ ਰਹਿਣ ਵਾਲੇ? ਅਸੀਂ ਹਾਂ ਇੱਥੇ ਪਿੰਡ ਦੇ, ਸਾਨੂੰ ਕੋਈ ਦਿੱਕਤ ਨਹੀਂ ਆਈ ਜੀ। ਇਹਦੇ ਦੇ ਵਿੱਚ ਗੇੜਾ ਗੂੜਾ ਵੀ ਦਿੱਤਾ ਹੋਇਆ, ਐਂ ਤਾਂ ਕੋਈ ਪ੍ਰੋਬਲਮ ਨਹੀਂ ਜੀ, ਅੰਦਰ ਵੀ ਵਗ ਜਾਂਦੇ। ਹਾਂ ਨਹੀਂ ਇਹ ਜੀ ਕੋਈ ਗੱਲ ਨਹੀਂ ਜੀ। ਹਾਂ ਤੇ ਹੁਣ ਇਹ ਤਰਕ ਤਹਿਸੀਲ ਵਾਲੇ ਵੀ ਇੱਥੇ ਰਹੇ ਆ ਜੀ, 2 ਦਿਨ ਰਹਿ ਕੇ ਗਏ ਆ, ਉਹ ਕਹਿੰਦੇ ਕੁਛ ਹੈ ਨਹੀਂ ਜੀ। ਹਾਂ ਹੁਣ ਅਗਲੇ ਬੰਦੇ ਦੇ ਮਾਈਂਡ ਤੇ ਹੈ ਜੀ, ਹੁਣ ਕੀ ਕਹਿ ਸਕਦੇ। ਕਈ ਵਾਰ ਅੰਧ ਵਿਸ਼ਵਾਸ ਵੀ ਬਹੁਤ ਫੈਲਾਇਆ ਜਾਂਦਾ। ਹਾਂ ਅੰਧ ਵਿਸ਼ਵਾਸ ਵੀ ਹੋ ਸਕਦਾ ਜੀ। ਤੇ ਅਕਸਰ ਜੇ ਪਿੰਡ ਵਾਲਿਆਂ ਦੀ ਮੰਨੀਏ ਤਾਂ ਇੱਥੇ ਕੋਈ ਭੂਤ ਨਹੀਂ ਹੈ। ਨਹੀਂ ਭੂਤ ਤਾਂ ਇੱਥੇ ਹੁਣ ਆਏ, ਹੁਣ ਕੋਈ ਜੇ ਸਾਹਮਣੇ ਤਾਂ ਕੋਈ ਦਿਖਦਾ ਨਹੀਂ ਜੀ ਵੀ ਸਾਹਮਣੇ ਕੋਈ ਭੂਤ ਹੈ ਇਹਦੇ। ਤੇ ਪਰ ਆਏ ਆ ਵੀ ਹੁਣ ਜੇ ਭੂਤ ਐਂ ਮੰਨਦੇ ਵੀ ਜੇ ਇਸ ਭਾਣਾ ਜਿਵੇਂ ਲਈ ਸੀ, ਵਧੀਆ ਬਣੀ ਸੀ, ਇਹਦੇ 'ਚ ਰਿਹਾਇਸ਼ ਨਹੀਂ ਕੋਈ ਕਰ ਸਕਿਆ ਜੀ, ਫਿਰ ਉਹ ਐਂ ਮੰਨ ਲਓ ਤੁਸੀਂ। ਪਤਾ ਨਹੀਂ ਲੋਕਾਂ ਦੇ ਮਤਲਬ ਕਿ ਦਿਮਾਗ 'ਚ ਜੱਚੀ ਹੋਈ ਆ ਗੱਲ ਜੀ ਇਹ। ਫਿਰ ਡਰ ਵੀ ਹਾਂ ਡਰ ਵੀ ਜੱਚਿਆ ਹੋਇਆ ਜੀ। ਕਈ ਵਾਰ ਕੋਈ ਰਹਿ ਜਾਏ, ਕੁਝ ਅਨਹੋਣੀ ਹੋ ਜਾਏ ਜਾਂ ਨੁਕਸਾਨ ਹੋ ਜਾਏ, ਫਿਰ ਉਹ ਕਾਰਨ ਹੀ ਮੰਨ ਲੈਂਦੇ। ਕੁਛ ਪਤਾ ਨਹੀਂ ਉਹ ਡਰ ਜਾਂਦੇ ਜੀ ਰਾਤ ਨੂੰ, ਪਤਾ ਉਹ ਦਿਮਾਗ 'ਚ ਮਾਈਂਡ 'ਚ ਹੀ ਇਹ ਭਰਿਆ ਜਾਂਦਾ ਜੀ, ਵੀ ਪਤਾ ਨਹੀਂ ਇੱਥੇ ਕੀ, ਪਤਾ ਨਹੀਂ ਰਾਤ ਨੂੰ ਸਾਨੂੰ ਖਾ ਨਾ ਜਾਵੇ ਕੁਝ ਜਾਂ ਇਸ ਤਰ੍ਹਾਂ। ਹੁਣ ਬਾਬਾ ਜੀ ਵੀ ਰਹਿੰਦੇ ਹੀ ਰਹੇ ਇਹ ਜੀ, ਤਾਂ ਕੋਈ ਗੱਲ ਨਹੀਂ ਜੀ। ਫਿਰ ਤਾਂ ਉਹਨੂੰ ਬਾਬਾ ਜੀ ਨੂੰ ਤੁਸੀਂ ਪਤਾ ਕਰ ਸਕਦੇ ਹੋ, ਉਹ ਤੁਹਾਨੂੰ ਸਾਰੀ ਦੱਸ ਦੇਣਗੇ ਜੀ। ਫਿਰ ਉਹ ਛੱਡ ਕੇ ਕਿਉਂ ਗਈ ਸੀ? ਉਹਨਾਂ ਨੇ ਆਪਦਾ ਇੱਥੇ ਗੁਰੂ ਘਰ ਉਹਨਾਂ ਦਾ ਆਪਦਾ ਜੀ, ਹੋ ਸਕਦਾ ਉਹ ਤਾਂ ਸ਼ਿਫਟ ਕਰ ਗਏ ਹੁਣ, ਪਰ ਉਹਨਾਂ ਨੇ ਤਾਂ ਮੁੱਲ ਲਈ ਸੀ ਇਹ ਜੀ। ਸੋ ਅਸੀਂ ਇਸ ਵਕਤ ਉਸ ਕੋਠੀ 'ਚ ਮੌਜੂਦ ਹਾਂ ਜਿਸ ਨੂੰ ਭੂਤਾਂ ਵਾਲੀ ਕੋਠੀ ਕਿਹਾ ਜਾਂਦਾ ਹੈ। ਹਾਲਾਂਕਿ ਇਸ ਤੇ ਵਿਸ਼ਵਾਸ ਕਰਨਾ ਤਾਂ ਬਹੁਤ ਔਖਾ ਹੈ ਕਿ ਕਿਸ ਤਰ੍ਹਾਂ ਇਸ ਦਾ ਨਾਮ ਭੂਤਾਂ ਵਾਲੀ ਕੋਠੀ ਪੈਂਦਾ। ਪੂਰੀ ਕਹਾਣੀ ਕੀ ਹੈ ਤੁਹਾਨੂੰ ਸੁਣਾ ਦਿੰਦੇ। ਗੁਆਂਢੀ ਰਾਜਵੀਰ ਜੀ ਸਾਡੇ ਨਾਲ ਮੌਜੂਦ ਨੇ। ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਪੰਜਾਬੀ। ਸਤਿ ਸ਼੍ਰੀ ਅਕਾਲ ਜੀ। ਜੀ ਬਹੁਤ ਚਰਚੇ ਨੇ ਇਸ ਕੋਠੀ ਦੇ। ਤਲਵੰਡੀ ਸਾਬੋ ਦੀ ਕਿਹਾ ਜਾਂਦਾ ਕਿ ਪਹਿਲੀ ਕੋਠੀ ਆਹੀ ਬਣੀ ਸੀ ਤੇ ਬਹੁਤ ਚਰਚੇ ਨੇ ਇਸ ਕੋਠੀ ਦੇ। ਤੇ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਕਿ ਨਾਮ ਇਹਦਾ ਕਿਸ ਤਰ੍ਹਾਂ ਪੈਂਦਾ ਹੈ, ਭੂਤਾਂ ਵਾਲੀ ਕੋਠੀ ਨੂੰ ਕਿਹਾ ਜਾਂਦਾ ਹੈ, ਤੇ ਹੋਇਆ ਕੀ, ਵਾਪਰਦਾ ਕੀ, ਕਿਹੜੀ ਘਟਨਾ ਵਾਪਰਦੀ? ਮੈਡਮ ਜੀ ਕੋਈ ਇੱਥੇ ਘਟਨਾ ਨਹੀਂ ਵਾਪਰੀ ਸੀਗੀ, ਕੁਛ ਨਹੀਂ। ਮਿੱਠੂ ਸਿੰਘ ਸੀ, ਸਰਦਾਰ ਮਿੱਠੂ ਸਿੰਘ ਕੁਸਲੇ ਤੋਂ, ਬਹੁਤ ਵਧੀਆ ਪਰਿਵਾਰ ਸੀਗਾ। ਇੱਥੇ ਰਹਿ ਰਹੇ ਸੀ। 88 ਦੇ ਵਿੱਚ ਕੋਠੀ ਬਣੀ ਹੋਈ ਹੈ ਜੀ। ਕਈ ਸਮਾਂ ਤੋਂ ਰਹਿ ਰਹੇ ਸੀ ਇੱਥੇ, ਘਰ ਦੀਆਂ ਕੋਈ ਪਰੇਸ਼ਾਨੀਆਂ ਹੋ ਜਾਂਦੀਆਂ ਨੇ, ਆਪਸ ਵਿੱਚ ਤਰਕਨਾ ਰਹਿਣ ਲੱਗ ਗਿਆ ਘਰੋਂ ਚੋਂ ਵਿੱਚ। ਉਹਨਾਂ ਦੀ ਮਿਸਿਸ ਦੀ ਇੱਥੇ ਡੈਥ ਹੋ ਗਈ ਸੀਗੀ। ਉਹਨਾਂ ਨੇ ਇੱਥੇ ਸੰਸਕਾਰ ਕੀਤਾ ਕੋਠੀ ਦੇ ਵਿੱਚ ਹੀ। ਥੋੜ੍ਹਾ ਜਿਹਾ ਕੁਝ ਸਮੇਂ ਬਾਅਦ ਹੀ ਉਹਨਾਂ ਦੇ ਬੇਟੇ ਦੀ ਡੈਥ ਹੋਈ, ਅਤੇ ਉਹਨਾਂ ਨੇ ਕੋਠੀ ਅੱਗੇ ਤੋਂ ਅੱਗੇ ਵੇਚਤੀ ਸੀਗੀ ਜੀ ਇਹ।
ਬਾਬਾ ਜੋਰਾ ਸਿੰਘ ਜੀ ਨੇ ਇਹ ਕੋਠੀ ਲਈ 3 ਸਾਲ ਇੱਥੇ ਰਹੇ, ਵਧੀਆ ਰਹਿੰਦੇ ਰਹੇ। ਕੁਝ ਸਮੇਂ ਬਾਅਦ ਬਾਬਾ ਜੋਰਾ ਸਿੰਘ ਨੇ ਕੋਠੀ ਵੇਚ ਦਿੱਤੀ ਸੀ ਜੀ। ਅਨਸਰ ਲੋਕ ਇੱਥੇ ਆਉਂਦੇ ਨੇ, ਕਹਿੰਦੇ ਵੀ ਇੱਥੇ ਨਸ਼ਾ ਵਗੈਰਾ ਕਰਦੇ ਆ, ਇੱਥੇ ਕਹਿੰਦੇ ਭੂਤਾਂ ਵਾਲੀ ਕੋਠੀ ਹੈ ਜਾਂ ਹੋਰ ਹੈ। ਅਸੀਂ ਤਾਂ ਵੀ ਇੱਥੇ ਕੋਈ ਭੂਤ ਨਹੀਂ ਦੇਖੇ, ਕੋਈ ਅਸੀਂ ਨਸ਼ੇੜੀ ਜ਼ਰੂਰ ਇੱਥੇ ਕੁੱਟਦੇ ਹਾਂ। ਨਸ਼ੇੜੀ ਆਉਂਦੇ ਆ ਬਾਹਰੋਂ, ਹੋਰ ਕਈ ਲੋਕ ਆ ਜਾਂਦੇ ਆ, ਕਹਿੰਦੇ ਆ ਇੱਥੇ ਭੂਤ ਨੇ ਜੀ, ਭੂਤ। ਸਾਡਾ ਕੋਈ ਭੂਤ ਨਹੀਂ, ਕੋਈ ਕੁਛ ਨਹੀਂ। ਜਿਹੜਾ ਉਹਨਾਂ ਦਾ ਬੇਟਾ ਗਾ, ਬੇਟੇ ਦੀ ਇੱਥੇ ਡੈਥ ਹੋਈ ਸੀਗੀ, ਨਾਲ ਲੱਗ ਮੈਂ ਤੁਹਾਨੂੰ ਦਿਖਾ ਦਿੰਦੇ ਜੀ। ਬਸ ਉਹਨਾਂ ਨੇ ਜਿਹੜੀਆਂ ਰਸਮਾਂ ਹੈ ਨਹੀਂ ਸੀ, ਉਹ ਪੂਰੀਆਂ ਰਸਮਾਂ ਨਹੀਂ ਕੀਤੀਆਂ। ਅੱਛਾ, ਰਸਮਾਂ ਨਹੀਂ ਕੀਤੀ। ਰਸਮਾਂ ਪੂਰੀਆਂ ਨਹੀਂ ਕੀਤੀਆਂ। ਆ ਸਾਹਮਣੇ ਜਗ੍ਹਾ ਜਿਹੜੀ ਇੱਥੇ ਬੇਟੇ ਦੀ ਜਗ੍ਹਾ ਜੀ, ਆਹ ਅੱਛਾ, ਬੈਕ ਸਾਈਡ ਹੈਗੀ ਹੈ, ਬੇਰੀ ਖੜੀ ਹੋਈ ਹੈ, ਉੱਥੇ ਮਦਰ ਦੀ ਹੈ ਜੀ। ਹਾਂਜੀ, ਇੱਥੇ ਸੰਸਕਾਰ ਇੱਥੇ ਕੀਤਾ ਗਿਆ। ਸੰਸਕਾਰ ਕੀਤਾ ਹੋਇਆ ਇਹਨਾਂ ਦਾ ਜੀ। ਅਕਸਰ ਅਸੀਂ ਭਾਰਤੀ ਲੋਕ ਬਹੁਤ ਅੰਧ ਵਿਸ਼ਵਾਸਾਂ 'ਚ ਵੀ ਪਏ ਰਹਿੰਦੇ ਹਾਂ। ਕਿਹਾ ਵੀ ਜਾਂਦਾ ਹੈ ਕਿ ਜੇਕਰ ਸੰਸਕਾਰ ਤੋਂ ਬਾਅਦ ਰਸਮਾਂ ਨਾ ਨਿਭਾਈਆਂ ਜਾਣ ਤਾਂ ਫਿਰ ਆਤਮਾ ਭਟਕਦੀ ਰਹਿੰਦੀ ਹੈ। ਕਈ ਵਾਰ ਸੁਣਿਆ, ਪੜਿਆ, ਅੰਧ ਵਿਸ਼ਵਾਸ ਕਹਿ ਲਓ, ਕਿਸ ਤਰ੍ਹਾਂ ਆ ਫੈਲੀ ਹੋਈ ਹੈ ਚੀਜ਼, ਤਾਂ ਮੇ ਵੀ ਉਸੇ ਕਰਕੇ ਅਸੀਂ ਤਾਂ ਨਹੀਂ ਇਹ ਚੀਜ਼ ਨੂੰ ਮੰਨਦੇ ਵੀ ਆਤਮਾ ਭਟਕਦੀ ਹੈ। ਜੇ ਇਨਸਾਨ ਹੀ ਤੁਰ ਗਿਆ ਜੀ, ਆਤਮਾ ਕਿੱਥੇ ਰਹੂਗੀ? ਅਸੀਂ ਤਾਂ ਕਹਿੰਦੇ ਇੱਥੇ ਕੋਈ ਦੇਖਿਆ ਨਹੀਂ ਕਦੇ ਭੂਤ, ਇੱਥੇ ਨਸ਼ੇੜੀ ਆਉਂਦੇ, ਕੋਈ ਭੂਤ ਮਰਿਆ ਤਾਂ ਬੰਦਾ ਤਾਂ ਮਰਿਆ ਦੇਖਿਆ ਨਹੀਂ। ਆ ਹੁਣ ਤੁਹਾਡੇ ਸਾਹਮਣੇ ਇੱਥੇ ਪਸ਼ੂ ਤੁਰੇ ਫਿਰਦੇ ਆ, ਹੋਰ ਹੈ ਨਹੀਂ। ਹੁਣ ਜੇ ਭੂਤ ਹੁੰਦਾ, ਕੋਈ ਨਾ ਕੋਈ ਪਸ਼ੂ ਜਾਨਵਰ ਮਰਿਆ ਹੁੰਦਾ, ਅਕਸਰ ਤਾਂ ਮਰਨਾ ਹੀ ਹੈ। ਹੁਣ ਚਾਹ ਵਾਲੇ ਚਾਹ ਬਣਾਈ ਜਾਂਦੇ ਆ ਜਾਂ ਹੋਰ ਹੈ, ਆ ਕੇ ਰਹੇ ਆ ਇੱਥੇ, ਥਾਣੇ ਵਾਲੇ ਵੀ ਰਹੇ ਆ, ਬਾਬੇ ਵੀ ਰਹੇ ਆ, ਹੋਰ ਕੋਈ ਅਸੀਂ ਥਾਣੇ ਵਾਲੇ ਵੀ ਰਹੇ, ਬਾਬੇ ਵੀ ਬਾਬੇ ਵੀ ਰਹੇ। ਇਹ ਰਹੇ ਕਦੋਂ ਜੀ ਹੋਇਆ? ਇਹ ਉਸ ਤੋਂ ਬਾਅਦ ਆਪਣੇ ਸਮਝੋ 92-93 ਚ ਮੁੜ ਕੇ 2015 ਚ ਆਪਣਾ ਥਾਣਾ ਬਣਾਉਂਦੇ ਸੀ ਇੱਥੇ ਜੀ। ਥਾਣੇ ਵਾਲੇ ਆ ਕੇ ਰਹਿ ਕੇ ਗਏ ਆ, ਕੋਈ ਇਹੋ ਜਿਹੀ ਗੱਲ ਨਹੀਂ ਹੈ ਜੀ। ਫਿਰ ਉਹ ਛੱਡ ਕੇ ਕਿਉਂ ਗਏ? ਛੱਡ ਕੇ ਕੀ ਆਏ, ਉਦੋਂ ਥਾਣਾ ਉਹਨਾਂ ਦੀ ਥਾਣਾ ਕੰਪਲੀਟ ਹੋ ਗਿਆ ਜੀ। ਥਾਣਾ ਕੰਪਲੀਟ ਹੋਇਆ, ਉਹਨਾਂ ਨੇ ਆਪਦਾ ਸਮਾਨ ਚੱਕਿਆ, ਉੱਥੇ ਚਲੇ ਗਏ ਜੀ। ਅੱਛਾ, ਹਾਂ, ਕੋਈ ਇਹੋ ਜਿਹਾ ਹੈ ਨਹੀਂ। ਉਹ ਕਹਿ ਦਿੰਦੇ ਆ ਵੀ ਡਰ, ਇੱਕ ਵਿਸ਼ਵਾਸ ਕਰੀਏ ਤਾਂ ਸਾਰਾ ਕੁਝ ਹੀ ਹੈ, ਜੇ ਵਿਸ਼ਵਾਸ ਨਾ ਕਰੀਏ ਕੁਝ ਵੀ ਨਹੀਂ ਹੈ ਜੀ। ਜੇ ਤੁਸੀਂ ਇਸ ਚੀਜ਼ ਨੂੰ ਮੰਨਦੇ ਵੀ ਇਹ ਭੂਤ ਹੈਗੇ ਇੱਥੇ, ਬਿਲਕੁਲ ਵੀ ਮੇਰੇ ਹੁਣ ਨਿੱਕੇ ਨਿੱਕੇ ਬੱਚੇ ਆ, ਉਹ ਸਾਹਮਣੇ ਖੇਡਦੇ ਆ, ਉਹ ਬੱਚੇ ਸਾਡੇ, ਉਹ ਦੇਖੋ ਮੇਰੀ ਮਿਸੇਜ ਹੈਗੀ ਆ ਸਾਹਮਣੇ ਆ, ਵੀ ਕੀ ਵਿਸ਼ਵਾਸ ਵੀ ਕਰ ਸਕਦੇ ਹੋ ਵੀ ਅਸੀਂ ਤਾਂ ਮੰਨਦੇ ਨਹੀਂ ਵੀ ਇੱਥੇ ਭੂਤ ਹੈਗੇ ਨੇ। ਜਿਹੜੇ ਨਾਲ ਰਹਿੰਦੇ ਉਹਨਾਂ ਨੂੰ ਪਤਾ ਹੁੰਦੇ। ਬਿਲਕੁਲ, ਅਸੀਂ ਕਹਿੰਦੇ ਆ ਦੇਖੋ ਸਾਡੇ ਕੋਈ ਪਰਿਵਾਰ ਸਾਹਮਣੇ ਜੇ ਉਧਰ ਦੇਖ ਸਕਦੇ ਹੋ, ਹੋਰ ਕੋਈ ਵਾਸਤਾ ਹੀ ਨਹੀਂ। ਅਸੀਂ ਕਦੇ ਸੋਚਿਆ ਹੀ ਨਹੀਂ ਇਹ ਚੀਜ਼ ਨੂੰ। ਸਾਡੇ ਨਿੱਕੇ ਨਿੱਕੇ ਬੱਚੇ ਇੱਥੇ ਖੇਡਦੇ ਆ, ਆਹ ਜਗ੍ਹਾ ਮੇਰੀ ਨਾਲ ਲੱਗਵੀਂ, ਕੋਈ ਵਾਸਤਾ ਹੀ ਨਹੀਂ ਮੈਮ। ਤੇ ਫਿਰ ਉਹ ਜਿਹੜੀਆਂ ਅਫਵਾਹਾਂ ਫੈਲਾਈਆਂ ਜਾਂਦੀਆਂ ਬਹੁਤ ਸੋਸ਼ਲ ਮੀਡੀਆ ਤੇ, ਚਰਚਾ ਦਾ ਵਿਸ਼ਾ ਬਣੀ ਹੋਈ ਆ ਕੋਠੀ। ਕਹਿੰਦੇ ਕਿ ਭੂਤ ਹੈਗੇ ਇੱਥੇ, ਕਿ ਲੋਕੀ ਡਰ ਡਰ ਕੇ ਭੱਜ ਜਾਂਦੇ। ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ, ਪੁਲਿਸ ਵਾਲੇ ਵੀ ਆਏ। ਜੋ ਕਹਾਣੀ ਮੈਂ ਸੁਣੀ ਉੱਥੇ ਕਿਹਾ ਗਿਆ ਕਿ ਪੁਲਿਸ ਵਾਲੇ 3 ਮਹੀਨੇ ਰਹੇ, ਉਸ ਤੋਂ ਬਾਅਦ ਆਪਣਾ ਸਮਾਨ ਛੱਡ ਕੇ ਭੱਜ ਗਏ ਕਿ ਇੰਨਾ ਡਰ ਗਏ। ਫਿਰ ਬਾਬਾ ਆਇਆ, ਬਾਬਾ ਜੀ ਇੱਥੇ ਰਹੇ। ਬਾਬਾ ਜੀ ਇੱਥੇ ਰਹੇ ਆ, ਬਾਬਾ ਜੀ ਕੋਈ ਗਏ ਨਹੀਂ ਇੱਥੋਂ ਨਾ ਜੀ, ਕੋਈ ਬਾਬਾ ਜੀ ਇੱਥੇ ਗਏ ਨਹੀਂ। ਫਿਰ ਗੁਰਦੁਆਰਾ ਸਾਹਿਬ ਵਾਲੇ ਖੁਦ ਇੱਥੇ ਰਹਿੰਦੇ ਰਹੇ ਆ, ਆਪ ਦਾ ਸਮਾਂ ਹੁੰਦਾ। ਹੁਣ ਦੇਖੋ ਜੇ ਮੇਰੇ ਤੇ ਲਾ ਲਓ, ਹੁਣ ਮੈਂ ਇੱਥੇ ਮੈਂ 10 ਦਿਨ ਰਹੂੰਗਾ, 15 ਦਿਨ ਜਦੋਂ ਮੈਂ ਕੋਈ ਜਗ੍ਹਾ ਅੱਗੇ ਲੈ ਲਈ, ਮੈਂ ਇੱਥੇ ਥੋੜ੍ਹੀ ਰਹੂੰਗਾ, ਵੇਚ ਕੇ ਮੈਂ ਅੱਗੇ ਚਲਾ ਜਾਊਂਗਾ ਜੀ। ਬਿਲਕੁਲ, ਇਹ ਚੀਜ਼ ਹੈ। ਤਾਂ ਮਤਲਬ ਕਿ ਜੋ ਅਫਵਾਹਾਂ ਫੈਲ ਰਹੀਆਂ ਉਹ ਕਿਤੇ ਨਾ ਕਿਤੇ ਗਲਤ ਹੈ ਜੀ, ਇਹ ਗਲਤ ਹੈ। ਗਲਤ ਆਨਸਰ ਕਰਦੇ ਆ ਜਿਹੜੀਆਂ ਕਰ ਰਹੇ ਨੇ, ਇਹ ਗਲਤ ਨੇ ਅਫਵਾਹਾਂ ਬਾਰੇ। ਇੱਥੇ ਕੋਈ ਭੂਤ ਨਹੀਂ, ਕੋਈ ਕੁਛ ਨਹੀਂ ਹੈਗਾ। ਕੋਈ ਭੂਤ ਨਹੀਂ ਹੈ। ਤਾਂ ਅਕਸਰ ਭਾਰਤੀ ਅਸੀਂ ਕਹਿੰਦੇ ਅੰਧ ਵਿਸ਼ਵਾਸ ਵਿੱਚ ਰਹਿੰਦੇ ਆ ਜ਼ਿਆਦਾਤਰ। ਫਿਰ ਜੋ ਲੋਕੀ ਵੀ ਕਮੈਂਟ ਕਰ ਰਹੇ ਆ, ਕਈ ਤਾਂ ਕਹਿ ਰਹੇ ਆ ਕਿ ਬਹੁਤ ਸੇ ਕਮੈਂਟ ਹੋ ਰਹੇ ਸੋਸ਼ਲ ਮੀਡੀਆ ਤੇ ਹੁਣ ਜਿਹੜੇ ਕਈ ਮੰਨਣਗੇ ਵੀ, ਕਈਆਂ ਨੂੰ ਵਿਸ਼ਵਾਸ ਵੀ ਹੈ। ਮੈਂ ਇਦੋਂ ਪਹਿਲਾਂ ਮੇਰੀਆਂ 4 ਵੀਡੀਓ ਆ ਚੁੱਕੀਆਂ ਸੀ ਕੋਠੀ ਦੀਆਂ, ਵੀ ਅਸੀਂ ਕਹਿੰਦੇ ਕੋਈ ਭੂਤ ਨਹੀਂ ਹੈ ਇੱਥੇ। ਪੱਤਰਕਾਰ ਪਹਿਲਾਂ ਵੀ ਆਏ ਸੀਗੇ, ਠੀਕ ਹੈ, ਇਹਨਾਂ ਨੇ ਵੀਡੀਓ ਬਣਾਈ ਸੀ ਇੱਥੇ ਭੂਤਾਂ ਵਾਲੀ, ਆਵਾਜ਼ਾਂ ਕੱਢ ਕੇ। ਉਹ ਇੱਧਰ ਮੁਕਤਸਰ ਸਾਈਡ ਦਾ ਬੰਦਾ ਸੀਗਾ, ਸੌਰੀ ਸੰਗਰੂਰ ਸਾਈਡ ਦਾ, ਉਸ 'ਤੇ ਅਸੀਂ ਪਰਚਾ ਵੀ ਕਰਵਾਇਆ। ਅੱਛਾ, ਉਹਨੇ ਆਪ ਆਵਾਜ਼ਾਂ ਕੱਢੀ, ਆਪ ਆਵਾਜ਼ਾਂ ਕਢਾ ਕੇ ਇੱਥੇ ਉਹਨਾਂ ਨੇ ਵੀਡੀਓ ਬਣਾਈ ਸੀ। ਜਿਸ ਤਰ੍ਹਾਂ ਤੁਸੀਂ ਵੀਡੀਓ ਬਣਾ ਰਹੇ ਹੋ, ਉਹਨਾਂ ਨੇ ਰਾਤ ਨੂੰ ਆ ਕੇ ਵੀਡੀਓ ਬਣਾਈ ਸੀ। ਉਹ ਸਾਨੂੰ ਨਹੀਂ ਪਤਾ, ਜਦ ਬਾਅਦ 'ਚ ਪਤਾ ਲੱਗਿਆ ਵੀ ਫਲਾਨਾ ਬੰਦਾ ਗਾ। ਅਸੀਂ ਡਿਪਟੀ ਸਾਹਿਬ ਨੂੰ ਜਾ ਕੇ, ਥਾਣੇ 'ਚ ਜਾ ਕੇ ਉਹਦੇ ਖਿਲਾਫ ਪਰਚਾ ਦਰਜ ਕਰਵਾਇਆ ਉੱਥੇ। ਉਹਨੇ ਆ ਕੇ ਇਨਸਾਨ ਨੇ ਮਾਫੀ ਮੰਗੀ ਖੁਦ, ਮੇਰੇ ਤੋਂ ਗਲਤੀ ਹੋ ਗਈ, ਮੈਂ ਇਹ ਕੰਮ ਕਰਨਾ ਨਹੀਂ ਲੋਕਾਂ ਚਾਹੁੰਦਾ। ਨੂੰ ਡਰਾਇਆ ਜਾ ਰਿਹਾ। ਹਾਂਜੀ, ਇਸ ਕਰਕੇ ਜੀ। ਤਾਂ ਜਿਹੜੇ ਲੋਕੀ ਲੰਘਦੇ ਆ, ਤੁਸੀਂ ਨਾਲ ਰਹਿੰਦੇ ਹੋ, ਤੁਸੀਂ ਕਦੀ ਕੁਝ ਦੇਖਿਆ ਇਦਾਂ ਕੋਈ ਅਨਹੋਣੀ ਮੈਂ ਅੱਜ ਤੱਕ ਕੁਝ ਵੀ ਨਹੀਂ ਦੇਖਿਆ। ਮੈਂ ਪਹਿਲਾਂ ਵੀ ਇਹ ਗੱਲ ਕਹਿਣਾ ਚਾਹੁੰਦਾ ਕਿ ਵੀ ਮੇਰੀ ਜਗ੍ਹਾ ਨਾਲ ਲੱਗਦੀ ਹੈ, ਮੇਰੇ ਬੱਚੇ ਨੇ, ਸਾਰਾ ਪਰਿਵਾਰ ਸਾਡਾ। ਅਸੀਂ ਤਾਂ ਕੋਈ ਇੱਥੇ ਚੀਜ਼ ਦੇਖੀ ਨਹੀਂ। ਅਸੀਂ ਤਾਂ ਆਨਸਰ ਬੰਦੇ ਜ਼ਰੂਰ ਕੁੱਟਦੇ ਆ, ਤੁਹਾਡੇ ਸਾਹਮਣੇ ਨਸ਼ੇੜੀ ਆਉਂਦੇ ਆ, ਸਮੈਕੀ ਆਉਂਦੇ ਨੇ, ਹੋਰ ਉਹਨਾਂ ਨੂੰ ਜ਼ਰੂਰ ਕੁੱਟਦੇ ਆ ਅਸੀਂ ਇੱਥੇ। ਹਾਂ, ਜੇ ਕੁਝ ਹੋਣਾ ਹੁੰਦਾ ਤਾਂ ਕੋਈ ਅਨਹੋਣੀ ਤਾਂ ਵਾਪਰਨੀ ਜੋ ਸੀ। ਅਨੋਨੀ ਹੁੰਦੀ ਵਾਪਰ ਨਹੀਂ ਹੁੰਦੀ। ਕੱਲ੍ਹ ਨੂੰ ਇੱਥੇ ਰਾਤ ਨੂੰ ਮੈਂ ਕਈ ਵਾਰੀ ਤਾਂ ਮੈਂ ਆਪ ਖੁਦ ਪਿਆ ਹੋਇਆ ਇੱਥੇ, ਉੱਪਰ ਛੱਤ 'ਤੇ ਪੈ ਜਾਂਦੇ ਆ, ਅੰਦਰ ਪੈ ਜਾਂਦੇ ਆ। ਤਰਕਸੀ ਵਾਲੇ ਮੇਲਾ ਲਾਉਂਦੇ ਨੇ ਆਪਣੇ 13 ਅਪ੍ਰੈਲ ਨੂੰ, 13, 14, 15 ਅਪ੍ਰੈਲ ਨੂੰ ਇੱਥੇ ਡੇਰੇ ਲੱਗਦੇ ਆ। ਇੱਥੇ ਪਏ ਰਹਿੰਦੇ ਅਸੀਂ ਤਾਂ ਛੱਤ 'ਤੇ ਪਏ ਰਹਿੰਦੇ, ਕੋਈ ਤਾਂ ਕੋਈ ਦੇਖਿਆ ਨਹੀਂ। ਤੁਸੀਂ ਕੁਝ ਨਹੀਂ ਮਹਿਸੂਸ? ਅਸੀਂ ਕੁਝ ਨਹੀਂ ਮਹਿਸੂਸ, ਅਸੀਂ ਤਾਂ ਆਰਾਮ ਨਾਲ ਪਏ ਰਹਿੰਦੇ ਇੱਥੇ ਜੀ। ਅਸੀਂ ਕਹਿੰਦੇ ਜਿਹੜਾ ਇਨਸਾਨ ਕਹਿੰਦਾ ਵੀ ਭੂਤ ਹੈ, ਮੈਂ ਕਹਿੰਦਾ ਮੇਰੇ ਕੋਲੇ ਆ, ਮੈਨੂੰ ਦੱਸੇ,
ਮੈਂ 50,000 ਰੁਪਇਆ ਦਊਂਗਾ ਵੀ ਆ ਭੂਤ ਹੈ ਇਹ 'ਚ। ਠੀਕ ਹੈ। ਹਾਂਜੀ। ਜਿਹੜਾ ਪਰਿਵਾਰ ਇੱਥੇ ਰਹਿੰਦਾ ਸੀਗਾ ਉਹ ਛੱਡ ਕੇ ਕਿਉਂ ਗਿਆ, ਉਹਨਾਂ ਦਾ ਕੀ ਕਾਰਨ ਬਣਿਆ? ਉਹਨਾਂ ਦਾ ਕਾਰਨ ਇਹ ਸੀਗਾ ਜੀ, ਹੁਣ ਦੇਖੋ ਬੇਟਾ ਸੀਗਾ, ਬੇਟੇ ਦੀ ਡੈਥ ਹੋ ਗਈ ਸੀਗੀ, ਠੀਕ ਹੈ, ਇਕੱਲੀ ਬੇਟੀ ਰਹਿ ਗਈ ਸੀਗੀ, ਬੇਟੀ ਦੀ ਮੈਰਿਜ ਕਰਤੀ ਸੀ ਉਹਨਾਂ ਨੇ। ਫਿਰ ਉਹਨਾਂ ਨੇ ਸੋਚਿਆ ਵੀ ਚੱਲ ਹੁਣ ਤਾਂ ਅਸੀਂ 2 ਜਣੇ ਰਹਿ ਗਏ, ਮਾਂ ਤੇ ਧੀ ਸੀਗੀ, ਮਾਂ ਤਾਂ ਸੌਰੀ ਡੈਥ ਹੋ ਗਈ ਸੀਗੀ ਉਹਨਾਂ ਦੀ ਤਾਂ, ਤੇ ਡੈਡੀ ਸੀ ਤੇ ਬੇਟੀ ਸੀ, ਉਹ ਬਠਿੰਡੇ ਚਲੇ ਗਏ ਜੀ ਉਹਨੂੰ ਜਗ੍ਹਾ ਨੂੰ ਵੇਚ ਕੇ, ਵੀ 2 ਜਣੇ ਰਹਿ ਗਏ, ਇਸ ਕਰਕੇ ਵੀ ਨਹੀਂ ਦਿਲ ਲੱਗਦਾ ਸੀਗਾ ਜੀ, ਉਹ ਚਲੇ ਗਏ ਇਸ ਤੋਂ। ਹਾਂਜੀ। ਵੈਸੇ ਬਣੀ ਕਦੋਂ ਸੀ ਇਹ ਕੋਠੀ? 88 'ਚ ਬਣੀ ਹੈ ਮੈਮ ਜੀ। 88 ਚ। ਹਾਂਜੀ ਹਾਂਜੀ। ਤੇ ਫਿਰ ਖੰਡਰ ਬਣ ਚੁੱਕੀ ਹੈ ਹੁਣੇ, ਤੇ ਕਦੋਂ ਛੱਡ ਕੇ ਕਦੋਂ ਜਾਂਦੇ, ਕਿੰਨੇ ਸਾਲ ਹੋ ਗਏ, ਕਿਸੇ ਹਾਲਾਤ ਵਿੱਚ? ਉਹਨਾਂ ਤਾਂ ਜੀ ਦੇਖੋ ਆਪਣੀ 92 ਛੱਡ ਕੇ ਗਏ ਆ ਉਹ ਵੇਚ ਕੇ, ਉਦੋਂ ਗਾਂ ਤਾਂ ਦੂਜੇ ਨਹੀਂ ਆਈ ਗਏ ਹੈ, ਗਾਂ ਦੀਆਂ ਵਿਕੀ ਜਾਂਦੀ ਹੈ, ਲਈ ਜਾਂਦੇ ਆ ਗਾਂ, ਬਸ ਇਹ ਤਾਂ ਰਿਹਾਇਸ਼ ਨਹੀਂ ਕੋਈ ਕਰਦਾ। ਬਸ ਅਸੀਂ ਤਾਂ ਕਹਿੰਦੇ ਰਿਹਾਇਸ਼ ਕਰੋ, ਸਾਡਾ ਵਧੀਆ ਫਾਇਦਾ ਹੈਗਾ, ਕੋਲੇ ਗਮਾਂਡ ਹੋਊਗਾ। ਆ ਹੁਣ ਪਿੱਛੇ 2 ਪਲਾਟਾਂ ਸੌਦਾ ਹੋਇਆਗਾ, ਜਗ੍ਹਾ ਲਈ ਆ, ਉਹ ਕਹਿੰਦੇ ਅਸੀਂ ਕੋਠੀ ਪਾਵਾਂਗੇ, ਸਾਨੂੰ ਦਿਖਾਉਣ ਭੂਤ ਕਿੱਥੇ ਹੈ। ਮੈਂ ਕਿਹਾ ਜੀ ਅਸੀਂ ਵਧਾਈਆਂ ਦੇ ਕੇ ਉਹਨੇ ਬਹੁਤ ਵਧੀਆ ਹੋਇਆ, ਅਸੀਂ ਪਲਾਟ ਲਏ ਆ ਇੱਥੇ, ਸਾਨੂੰ ਫਾਇਦਾ ਹੈ ਜੀ। ਮਤਲਬ ਕਿ ਜੋ ਗੱਲ ਛਿੜ ਰਹੀ ਹੈ ਜਿਸ ਕਰਕੇ ਸੁਰਖੀਆਂ ਦਾ ਵਿਸ਼ਾ ਬਣੀ ਹੈ ਕੋਠੀ, ਤਾਂ ਉਹ ਸਰਾਸਰ ਝੂਠ ਹੈ। ਅਸੀਂ ਤਾਂ ਇਹ ਕਹਿੰਦੇ ਸੁਰਖੀਆਂ ਦਾ ਵਿਸ਼ਾ ਤਾਂ ਬਣਾ ਦਿੰਦੇ ਨੇ, ਵੀ ਅਕਸਰ ਸਾਡੇ ਕੋਲ ਆ ਕੇ ਦੱਸਣਾ ਵੀ ਅਸੀਂ ਭੂਤ ਦੇਖਿਆ, ਅਸੀਂ ਫੜੇ ਆ, ਕੀ ਫੜਿਆ ਸਾਤੋਂ, ਕੋਈ ਭੂਤ ਆ ਕੇ ਦੇਖੇ, ਕਿਹੜਾ ਬੰਦਾ ਕਹਿੰਦਾ ਹੈਗਾ। ਮੈਂ ਹੁਣ ਵੀ ਕਹਿੰਦਾ ਮੈਂ 50,000 ਰੁਪਏ ਦਿੰਦਾ, ਜਿਹੜਾ ਬੰਦਾ ਕਹਿ ਕੇ ਵੀ ਆ ਵੀ ਮੈਂ ਭੂਤ ਦੇਖ ਲਿਆ, ਵੀ ਮੇਰਾ ਅੱਜ ਆਹ ਨੁਕਸਾਨ ਹੋ ਗਿਆ, ਆ ਕੇ ਸਾਨੂੰ ਦੱਸੇ ਤਾਂ ਸਹੀ ਨਾ ਬੰਦਾ। ਜਦੋਂ ਸਾਨੂੰ ਨਹੀਂ ਦਿਸ ਰਿਹਾ, 24 ਘੰਟੇ ਅਸੀਂ ਕੋਲ ਰਹਿ ਰਹੇ ਹਾਂ, ਅਸੀਂ 24 ਘੰਟੇ ਕੋਲ ਰਹੇ ਹਾਂ, ਅਸੀਂ ਨਿੱਕੇ ਨਿੱਕੇ ਬੱਚੇ ਆ, ਸਾਡੇ ਬੱਚਿਆਂ 'ਤੇ ਅਟੈਕ ਕਰ ਸਕਦਾ ਉਹ। ਇੱਕ ਤਾਂ ਹੁਣ ਕਹਿਣ ਦਾ ਭਾਵ ਤੁਸੀਂ ਦਿੱਲੀ ਤੋਂ ਆਏ ਹੋ, ਜੇ ਭੂਤ ਜਾਊਗਾ ਹਵਾ ਤਾਂ ਇੱਕ ਹਵਾ ਹੈ, ਉਹ ਦਿੱਲੀ ਵੀ ਜਾ ਸਕਦੀ ਹੈ, ਉਹ ਦਿੱਲੀ ਨਾਲ ਤਾਂ ਇੱਥੇ ਮੇਰਾ ਘਰ ਨੇੜੇ ਹੈ, ਤੇ ਮੇਰੇ 'ਤੇ ਅਟੈਕ ਕਿਉਂ ਨਾ ਕਰਦੀ? ਇਹ ਨਾਮ ਵੀ ਬਹੁਤ ਲਿਖੇ ਹੋਏ ਨੇ ਇਹ ਨਾਮ ਹੁਣ ਨਸ਼ੇੜੀ ਬੰਦੇ ਆਉਂਦੇ ਆ, ਆਪਦੇ ਆਨਸਰ ਬੰਦੇ ਆ ਕੇ ਲਿਖ ਜਾਂਦੇ ਨੇ। ਹੁਣ ਜਦੋਂ ਮੈਂ ਘਰ ਹੁੰਨਾਗਾ ਉਹ ਤਾਂ ਕੋਈ ਇੱਥੇ ਆਉਂਦਾ ਨਹੀਂ, ਜਦੋਂ ਮੈਂ ਆਪਦੀ ਡਿਊਟੀ ਚਲਾ ਜਾਂਦਾ ਬਾਅਦ 'ਚ ਇੱਥੇ ਆਈ ਜਾਂਦੇ ਆ। ਹੁਣ ਜੇ ਮੈਂ ਭੇਡਾਂ ਵਾਲੇ ਬੈਠੇ ਆ, ਹੋਰ ਕੋਈ ਵਾਸਤਾ ਨਹੀਂ, ਤਾਂ ਉਹਨਾਂ ਨੂੰ ਤਾਂ ਕੁਝ ਨਹੀਂ ਕਹਿੰਦੇ। ਨਾਲੇ ਕਹਿੰਦੇ ਕਿ ਅਕਸਰ ਜਾਨਵਰਾਂ ਨੂੰ ਇਹੋ ਜਿਹੀ ਕੋਈ ਚੀਜ਼ ਹੋਏ ਤਾਂ ਉਹਨਾਂ ਨੂੰ ਪਹਿਲੇ ਪਤਾ ਲੱਗ ਜਾਂਦਾ ਹੈ। ਨਹੀਂ ਜੀ, ਕੋਈ ਵਾਸਤਾ ਹੀ ਨਹੀਂ ਹੈ, ਤਾਂ ਕੁਝ ਹੈ ਹੀ ਨਹੀਂ, ਕੁਛ ਵੀ ਨਹੀਂ ਹੈ ਜੀ। ਇਹ ਚੀਜ਼ ਨੂੰ ਅਸੀਂ ਮੰਨਦੇ ਨਹੀਂ। ਉਸ ਤੋਂ ਬਾਅਦ ਕਿਸੇ ਨੇ ਇਸ ਕੋਠੀ ਨੂੰ ਖਰੀਦਣ ਦੀ ਕੋਸ਼ਿਸ਼ ਨਹੀਂ ਕੀਤੀ? ਉਹ ਗਾਹਾਂ ਜਿਹੜਾ ਮਾਲਕ ਹੈ ਉਹ ਕੋਠੀ ਵੇਚ ਨਹੀਂ ਰਿਹਾ ਜੀ। ਅੱਛਾ, ਉਹ ਅਮਾਊਂਟ ਹੀ ਬਹੁਤ ਜ਼ਿਆਦਾ ਜੀ, 42 ਲੱਖ ਰੁਪਇਆ ਮੰਗ ਰਿਹਾ ਇਸ ਟਾਈਮ। ਬਟ ਹਾਲਤ ਨਹੀਂ ਹੈ ਵਿਆਹ ਦੀ। ਹਾਲਤ ਹੈ ਨਹੀਂ 42 ਲੱਖ ਵਾਲੀ ਹਾਲਤ ਜੀ। ਇਹ ਡਬਲ ਪੋਰਸ਼ਨ ਸੀਗਾ, ਇੱਕ ਪਹਿਲਾਂ ਨਾਲ ਲੱਗਮਾ ਸ਼ਹਿਰ ਸੀਗਾ ਜੀ, ਉਹ ਤਾਂ ਅੱਧੀ ਤਾਂ ਵਿਕੀ ਜੀ, ਆ ਰਹਿ ਗਈ ਹੈ, ਉਹ ਦੂਜੀ ਵਿਕੀ ਆ। ਤਾਂ ਫਿਰ ਹੁਣ ਕੋਈ ਮਤਲਬ ਨਾ ਉਹ ਵੇਚਣਾ ਚਾਹੁੰਦਾ ਹੈ ਤੇ ਨਾ ਹੀ ਫਿਰ ਕੋਈ ਨਹੀਂ ਜੀ, ਖਰੀਦਣ ਵਾਲਾ। ਨਾ ਨਾ ਜੀ। ਜੀ, ਤਾਂ ਬਹੁਤ ਬਹੁਤ ਸ਼ੁਕਰੀਆ ਡੇਲੀ ਪੋਸਟ ਦੇ ਸਾਡੇ ਦਰਸ਼ਕਾਂ ਨਾਲ ਰੂਬਰੂ Thank you, ਹੋਣ ਲਈ। ਧੰਨਵਾਦ। ਤੇ ਅੱਜ ਤਾਂ ਅਸੀਂ ਤੁਹਾਨੂੰ ਦਿਖਾਈ ਆ ਭੂਤਾਂ ਵਾਲੀ ਕੋਠੀ, ਜਿਹਨੂੰ ਅਕਸਰ ਭੂਤਾਂ ਵਾਲੀ ਕੋਠੀ ਕਿਹਾ ਜਾਂਦਾ ਹੈ। ਸੋਸ਼ਲ ਮੀਡੀਆ ਤੇ ਸੁਰਖੀਆਂ ਬਟੋਰ ਰਹੀ ਹੈ ਕੋਠੀ, ਬਹੁਤ ਜ਼ਿਆਦਾ ਕਿਹਾ ਜਾਂਦਾ ਹੈ ਕਿ ਕੋਈ ਵੀ ਨਹੀਂ ਟਿਕ ਪਾਇਆ, ਪਰ ਅਸਲ ਸੱਚ ਕੀ ਹੈ ਪਿੰਡ ਵਾਲੇ ਨੇ ਇਹਨਾਂ ਤੋਂ ਹੀ ਪੁੱਛ ਕੇ ਤੁਹਾਨੂੰ ਦੱਸਿਆ ਕਿ ਕਿਸ ਤਰ੍ਹਾਂ ਭੂਤ ਵਾਲੀ ਕੋਠੀ ਦਾ ਸੱਚ ਕੀ ਹੈ। ਕਿਉਂਕਿ ਅੰਧ ਵਿਸ਼ਵਾਸ ਵਿੱਚ ਡੁੱਬੀ ਹੋਈ ਹੈ ਦੁਨੀਆ, ਭਾਰਤ ਵਿੱਚ ਜ਼ਿਆਦਾਤਰ ਅੰਧ ਵਿਸ਼ਵਾਸ ਬਹੁਤ ਮੰਨਿਆ ਜਾਂਦਾ ਹੈ, ਲੋਕੀ ਅੰਧ ਵਿਸ਼ਵਾਸ 'ਚ ਹੀ ਰਹਿੰਦੇ ਨੇ। ਤਾਂ ਬਹੁਤ ਸੀ ਜਿਸ ਤਰ੍ਹਾਂ ਚੀਜ਼ਾਂ ਨੇ, ਮੈਂ ਇਹਨਾਂ ਨੂੰ ਵੀ ਸਵਾਲ ਕੀਤਾ ਕਿ ਲੋਕੀ ਕਹਿੰਦੇ ਨੇ ਕਿ ਜੇ ਰਸਮਾਂ ਨਾ ਨਿਭਾਈਆਂ ਜਾਣ ਕਿਸੇ ਦੀ ਮੌਤ ਤੋਂ ਬਾਅਦ ਤਾਂ ਆਤਮਾ ਭਟਕਦੀ ਰਹਿੰਦੀ ਹੈ। ਬਹੁਤ ਕਿਸੇ ਤੁਸੀਂ ਵੀ ਸੁਣੇ ਹੋਣਗੇ ਆਪਣੇ ਆਲੇ ਦੁਆਲੇ, ਲੋਕ ਅਕਸਰ ਇਹ ਚੀਜ਼ਾਂ ਕਹਿੰਦੇ ਨੇ। ਅਕਸਰ ਆ ਵੀ ਕਿਹਾ ਜਾਂਦਾ ਕਿ ਜਾਨਵਰਾਂ ਦਾ ਇਸ ਚੀਜ਼ਾਂ ਨਾਲ ਨਾਤਾ ਹੁੰਦਾ ਹੈ ਕਿ ਜੇ ਜਾਨਵਰ ਕੋਈ ਇਹੋ ਜਿਹੀ ਆਤਮਾ ਹੋਏ ਤਾਂ ਜਾਨਵਰਾਂ ਨੂੰ ਸਭ ਤੋਂ ਪਹਿਲੇ ਸੰਕੇਤ ਮਿਲ ਜਾਂਦਾ ਹੈ, ਉਹ ਪਹਿਲੇ ਡਰ ਜਾਂਦੇ ਨੇ ਤਾਂ ਆਪਣੇ ਮਾਲਕ ਨੂੰ ਦੱਸ ਦਿੰਦੇ ਨੇ। ਤਾਂ ਇਹ ਵੀ ਬਹੁਤ ਚੀਜ਼ਾਂ ਨੇ, ਪਰ ਜੋ ਸੱਚਾਈ ਹੈ ਇਸ ਭੂਤ ਵਾਲੀ ਕੋਠੀ ਪਿੱਛੇ, ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਅਕਸਰ ਤੁਹਾਡੇ ਤੱਕ ਇਹ ਗੱਲਾਂ ਪਹੁੰਚ ਰਹੀਆਂ ਨੇ ਕਿ ਤਲਵੰਡੀ ਸਾਬੋ ਦੀ ਭੂਤ ਵਾਲੀ ਕੋਠੀ ਹੈ ਜਿੱਥੋਂ ਲੋਕ ਇੱਥੇ ਆਉਣ ਤੋਂ ਵੀ ਡਰਦੇ ਨੇ, ਤਾਂ ਅਸੀਂ ਤੁਹਾਨੂੰ ਦੱਸਿਆ, ਪਿੰਡ ਵਾਲੇ ਨੇ ਦੱਸਿਆ, ਗੁਆਂਢੀ ਨੇ ਦੱਸਿਆ ਕਿ ਸੱਚਾਈ ਕੀ ਹੈ ਇਸ ਕੋਠੀ ਦੀ। ਤਾਂ ਅਸੀਂ ਹੋਗੀ ਸਾਥੀ ਰਜਿੰਦਰ ਤੇ ਗੁਰਸੇਵਕ ਦੇ ਨਾਲ, ਕੈਮਰਾਮੈਨ ਵਿੱਕੀ ਦੇ ਨਾਲ, ਜਸਨੂਰ ਤਵਨ, ਡੇਲੀ ਪੋਸਟ ਪੰਜਾਬੀ, ਤਲਵੰਡੀ ਸਾਬੋ।